सत श्री अकाल जी। मैं लवप्रीत कौर हाजर जी कौर जसवंत द्वारा लिखी गई कहानी लैके। आओ हुण आपां शुरू करते हाँ अज की कहानी। जस तीन भैणां दा इक्को एक लाडला भरा, अपने मापियां दी अख दा तारा, सब नालों छोटा ते सुखां नाल मंग के लिया होया, सब दा प्यारा है। कद काठ दा 6 फुट तो भी उपर, रंग रूप दा बहुत सोहना सुनक्खा, लिखण ते गाउण दा शौक रखदा ते सिंगर बनना लोचदा। उसने बड़े गीत लिखे, कईयां सिंगरां कोल धक्के भी खाधे, पर गल ना बनी। ये गल 91-92 दी होनी आ। उसदे अपने डैड कोल जमीन 10-12 किले सन। डैड दा पिंड विच काफ़ी नाम सी। उसने जदों किते भी कोई गल ना बनी तां अपने डैड नूं कहा, मैनू बाहर भेज देवो, देखियो फिर किद्दां जस जस हुंदी। घर दा लाडला सी। भैणां ने माँ ने डैड नूं बड़ा समझाउण दी कोशिश कीती कि भेज दो, सारी फैमिली सैट हो जू, बाहर चला जाएगा, इसकी लाइफ बन जाएगी। इत्थे की करेगा, ना नौकरी आ ना कुछ होर, की करेगा। डैड कोल बाहर भेजण लई पैसे नहीं सन। उस समय दे हिसाब नाल पैसे दी कीमत बहुत हुंदी सी, पर मिलदे बहुत औखे सन। डैड ने जान पछाण वालियां कोलों पैसे दा पता कीता, पर इन्ने पैसे देण लई कोई भी तैयार नहीं सी। उसने आड़तीए कोलों पैसे दी मंग कीती ते कहा फसल सवें कट लैणा, मुंडा पुछ के पैसे भेजदा रहेगा। आड़तीए ने थोड़ी बहुत मदद दा बोल दिता ते बाकी आप करन लई बोल दिता। गुरमुख सिंह जस दे डैड ने रिश्तेदारां अगे हथ फैलाए, पर किसी ने मदद ना कीती। वो बहुत परेशान रहन लगा कि उसका इक्को एक तां मुंडा, जे उसकी रीस भी पूरी ना हो कर सके तां उस लई तां बहुत माड़ी गल आ। जस की होया डैड, परेशान लग रहे हो, काम नहीं बनिया। मैं कोई हीला वसीला करता रहा, पर कोई मदद करन नूं तैयार ही नहीं आ। डैड जेकर तुसीं मेरी गल मन्नो तां सही रहेगा। हाँ जस बोल, की कहना चाह रहा है। इन्ने नूं माँ ते भैणां भी मंजे दे सराणे आन खड़ियां होईयां। सारे जस दे मूँह वल वेख रहे सन कि ओह की बोलण वाला है। डैड तुसीं आ जमीन वेच दो। की करनी है जमीन, मिट्टी नाल मिट्टी होए रहने हो। मैं बाहर जाके तुहानूं भी बुला लैणा कोल, असीं की करनी है जमीन। माँ ते भैणां ने भी जस दी हाँ विच हाँ मिला दित्ती। ਇਹ ਸੁਣਦੇ ਹੀ ਗੁਰਮੁਖ ਸਿੰਘ ਨੂੰ ਹੱਥੂ ਜਿਹਾ ਛਿੜ ਗਿਆ। ਜ਼ਮੀਨ ਨਾਲ ਉਸਦਾ ਬੜਾ ਮੋਹ ਸੀ। ਉਹ ਕਿਸੇ ਵੀ ਕੀਮਤ 'ਤੇ ਜ਼ਮੀਨ ਨਹੀਂ ਸੀ ਗਵਾਉਣਾ ਚਾਹੁੰਦਾ। ਉਹ ਰੋਜ਼ ਪਰੇਸ਼ਾਨ ਹੋਇਆ, ਕਦੇ ਕਿਸੇ ਪਾਸੇ ਨਿਕਲ ਜਾਂਦਾ, ਕਦੇ ਕਿਸੇ ਪਾਸੇ ਨਿਕਲ ਜਾਂਦਾ, ਪਰ ਪੈਸਿਆਂ ਦਾ ਕੋਈ ਜੁਗਾੜ ਨਾ ਹੋਇਆ। ਜਸ ਵੀ ਟੈਨਸ਼ਨ ਵਿੱਚ ਰਹਿਣ ਲੱਗਾ। ਉਸਨੂੰ ਲੱਗਦਾ ਸੀ ਉਸਦੇ ਡੈਡ ਨੇ ਜ਼ਮੀਨ ਨਹੀਂ ਵੇਚਣੀ ਤੇ ਨਾ ਉਹਦਾ ਬਾਹਰ ਜਾਣ ਦਾ ਸੁਪਨਾ ਪੂਰਾ ਹੋਏਗਾ। ਜਸ ਦੀ ਮਾਂ ਦੇ ਜ਼ੋਰ ਦੇਣ 'ਤੇ ਗੁਰਮੁਖ ਸਿੰਘ ਨੇ ਦਿਲ 'ਤੇ ਪੱਥਰ ਰੱਖ ਕੇ ਜ਼ਮੀਨ ਵੇਚਣ ਦਾ ਮਨ ਬਣਾ ਲਿਆ ਸੀ। ਕੀ ਫਾਇਦਾ ਐਸੀ ਜ਼ਮੀਨ ਦਾ ਜੋ ਮੇਰੇ ਇਕੱਲੇ ਕਹਿਰੇ ਪੁੱਤ ਦੇ ਕੰਮ ਨਾ ਆ ਸਕੇ। ਉਸਨੇ ਆਪਣੇ 11 ਕਿੱਲੇ ਜਸ ਨੂੰ ਬਾਹਰ ਭੇਜਣ ਲਈ ਵੇਚ ਦਿੱਤੇ। ਉਸ ਸਮੇਂ ਜ਼ਮੀਨਾਂ ਦੇ ਰੇਟ ਬਹੁਤ ਘੱਟ ਹੋਇਆ ਕਰਦੇ ਸਨ, ਅੱਜ ਤੋਂ 25 ਸਾਲ ਪਹਿਲਾਂ। ਦਿਲ ਵਿੱਚ ਹੌਲ ਵੀ ਉੱਠਿਆ ਸੀ ਕਿ ਉਹ ਕੱਖ ਦੇ ਨਹੀਂ ਰਹੇ, ਪਰ ਪੁੱਤ ਬਾਹਰ ਜਾ ਰਿਹਾ, ਇਸ ਗੱਲ ਦੀ ਖੁਸ਼ੀ ਵੀ ਸੀ। ਆਖਿਰ ਜਸ ਜਰਮਨੀ ਚਲਾ ਗਿਆ। ਜਦੋਂ ਉਹ ਜਰਮਨੀ ਗਿਆ ਸੀ ਉਦੋਂ ਪਿੰਡ ਵਿੱਚੋਂ ਕੋਈ ਵੀ ਬਾਹਰ ਨਹੀਂ ਸੀ ਗਿਆ। ਮਾਂ-ਬਾਪ ਲਈ ਇਹੀ ਮਾਣ ਵਾਲੀ ਗੱਲ ਸੀ ਕਿ ਉਹ ਮੁੰਡਾ ਬਾਹਰ ਭੇਜ ਸਕਿਆ। ਲੋਕਾਂ ਨੇ ਉਹਨਾਂ ਘਰ ਆ ਕੇ ਬੜਾ ਪੁੱਛਣਾ, ਜਸ ਕਿੱਦਾਂ, ਕੰਮ ਕਿੱਦਾਂ ਚੱਲ ਰਿਹਾ, ਸਾਡੇ ਮੁੰਡੇ ਦਾ ਵੀ ਕੰਮ ਬਣਾ ਦਿਓ ਜਸ ਨੂੰ ਕਹਿ ਕੇ। ਕੁਝ ਕੁ ਸਮਾਂ ਤਾਂ ਜਸ ਗੱਲਬਾਤ ਚੰਗੀ ਤਰ੍ਹਾਂ ਕਰਦਾ ਰਿਹਾ, ਪਰ ਸਮਾਂ ਪਾ ਕੇ ਉਸਦੇ ਰੰਗ ਢੰਗ ਬਹੁਤ ਬਦਲ ਗਏ ਸਨ। ਉੱਥੇ ਕੁਝ ਅਵਾਰਾ ਜਿਹੇ ਦੋਸਤ ਬਣਾ ਲਏ, ਜਿੰਨਾ ਕੋਈ ਚੰਗੀ ਮੱਤ ਤਾਂ ਕੀ ਦੇਣੀ, ਮਾੜੀ ਲਈ ਹਮੇਸ਼ਾ ਤਿਆਰ ਰਹਿੰਦੇ ਦੋਸਤ। ਉਹ ਜਸ ਤੇਰੇ ਨਾਲ ਕੰਮ ਕਰਦੀ ਜਿਹੜੀ ਕੁੜੀ, ਉਸ ਨਾਲ ਤੇਰਾ ਕੋਈ ਚੱਕਰ ਤਾਂ ਨਹੀਂ। ਜਸ ਨਹੀਂ ਤਾਂ ਉਂਝ ਤਾਂ ਤੇਰੇ ਨਾਲ ਚਿਪਕੀ ਰਹਿੰਦੀ ਆ। ਹਾਂ ਕਹਿੰਦੀ ਤਾਂ ਰਹਿੰਦੀ ਆ, ਪਰ ਮੇਰੇ ਤਾਂ ਬਰਾਬਰ ਦੀ ਨਹੀਂ। ਕੱਦ ਉਹਦਾ ਬਾਲਾ ਛੋਟਾ, ਆਪਾਂ ਤਾਂ ਕੋਈ ਗੋਰੀ ਸੈੱਟ ਕਰਾਂਗੇ। ਹਾਂ ਤੈਨੂੰ ਗੋਰੀ ਸੈੱਟ ਬੈਠੇਗੀ, ਹਾ। ਤੂੰ ਉਸ ਕੁੜੀ ਨਾਲ ਮੇਰੀ ਗੱਲ ਕਰਾ। ਜਸ ਨੇ ਆਪਣੇ ਘਰ ਗੱਲ ਕੀਤੀ ਕਿ ਉਸਨੂੰ ਪੱਕੇ ਹੋਣ ਲਈ ਗੋਰੀ ਨਾਲ ਵਿਆਹ ਕਰਵਾਉਣਾ ਪਏਗਾ। ਪੱਕਾ ਹੋ ਗਿਆ ਤਾਂ ਫਿਰ ਤੁਹਾਨੂੰ ਵੀ ਬੁਲਾ ਲਊਗਾ। ਘਰਦਿਆਂ ਨੇ ਕੀ ਕਹਿਣਾ ਸੀ, ਉਹਨਾਂ ਮਨਜ਼ੂਰੀ ਦੇ ਦਿੱਤੀ ਕਿ ਜੇਕਰ ਲਵ ਦੀ ਕੁੜੀ ਚੰਗੀ ਤਾਂ ਵਿਆਹ ਕਰਵਾ ਲੈ,
ਦੋਸਤਾਂ ਨੇ ਇੱਧਰ ਉੱਧਰ ਅਤਾ ਪਤਾ ਕਰਕੇ ਗੋਰੀ ਲੱਭ ਲਈ ਤੇ ਕੁਝ ਦਿਨਾਂ ਵਿੱਚ ਜਸ ਦਾ ਵਿਆਹ ਹੋ ਗਿਆ। ਇੱਧਰ ਜਦੋਂ ਜਸ ਦੇ ਵਿਆਹ ਦਾ ਪਤਾ ਲੱਗਾ ਤਾਂ ਲੋਕ ਉਹਨਾਂ ਦੇ ਘਰ ਆ ਕੇ ਵਧਾਈਆਂ ਦੇਣ। ਸਾਰੇ ਬਹੁਤ ਖੁਸ਼ ਸਨ। ਜਸ ਦੀਆਂ ਵੱਡੀਆਂ 2 ਭੈਣਾਂ ਵਿਆਹੀਆਂ ਹੋਈਆਂ ਸਨ ਤੇ ਇੱਕ ਭੈਣ ਵਿਆਹੁਣ ਵਾਲੀ ਰਹਿੰਦੀ ਸੀ। ਗੁਰਮੁਖ ਸਿੰਘ ਨੇ ਉਸ ਦਾ ਰਿਸ਼ਤਾ ਤੈਅ ਪਹਿਲਾਂ ਤੋਂ ਹੀ ਕੀਤਾ ਹੋਇਆ ਸੀ। ਜਸ ਦੇ ਵਿਆਹ ਤੋਂ ਬਾਅਦ ਉਹਨਾਂ ਛੋਟੀ ਕੁੜੀ ਦਾ ਵਿਆਹ ਵੀ ਰੱਖ ਲਿਆ। ਮਾਂ ਨੇ ਫੋਨ 'ਤੇ ਜਦੋਂ ਜਸ ਨੂੰ ਪੈਸੇ ਭੇਜਣ ਲਈ ਕਿਹਾ ਤਾਂ ਉਸਨੇ ਕਿਹਾ, ਮੰਮੀ ਇਸ ਮਹੀਨੇ ਤਾਂ ਮੈਂ ਪੈਸੇ ਨਹੀਂ ਪਾ ਸਕਦਾ, ਹੁਣ ਤੁਸੀਂ ਸਾਰ ਲਵੋ, ਮੈਂ ਅਗਲੇ ਮਹੀਨੇ ਪੈਸੇ ਪਾ ਦੂੰ। ਜਸ ਪੁੱਤ, ਤੇਰੇ ਡੈਡੀ ਇੰਨੇ ਪੈਸੇ ਕਿੱਥੋਂ ਲੈ ਕੇ ਆਉਣਗੇ? ਹੁਣ ਤਾਂ ਸਾਡੀ ਜ਼ਮੀਨ ਵੀ ਨਹੀਂ ਜੋ ਆੜ੍ਹਤੀਏ ਵੱਲ ਜਾਈਏ। 7-8 ਲੱਖ ਦੀ ਗੱਲ ਆ, ਥੋੜ੍ਹੇ ਪੈਸੇ ਹੁੰਦੇ ਤਾਂ ਅਸੀਂ ਆਪ ਹੀ ਨਾ ਕਹਿੰਦੇ। ਮੰਮੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਹੁਣ ਮੇਰਾ ਵੀ ਵਿਆਹ ਹੋ ਗਿਆ, ਮੇਰੀ ਵੀ ਫੈਮਿਲੀ ਆ, ਇੱਥੇ ਖਰਚੇ ਬਹੁਤ ਆ। ਚੱਲ ਚੰਗਾ ਜਸ, ਜਿਵੇਂ ਤੇਰੀ ਮਰਜ਼ੀ, ਆਖ ਮਾਂ ਨੇ ਫੋਨ ਕੱਟ ਦਿੱਤਾ। ਗੁਰਮੁਖ ਸਿੰਘ ਨੇ ਔਖੇ ਸੌਖੇ ਕੁੜੀ ਦਾ ਵਿਆਹ ਤਾਂ ਕਰ ਲਿਆ, ਪਰ ਉਸ ਸਿਰ ਕਰਜ਼ਾ ਕਾਫੀ ਚੜ੍ਹ ਗਿਆ ਸੀ। ਪਰ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਦੋਵੇਂ ਜੀ ਫਾਰਗ ਹੋ ਗਏ ਸਨ। ਕੁੜੀਆਂ ਦੇ ਵਿਆਹ ਤੋਂ ਬਾਅਦ ਘਰ ਵਿੱਚ ਉਹ ਦੋਵੇਂ ਹੀ ਰਹਿ ਗਏ ਸਨ। ਕੁੜੀਆਂ ਜਾਣਦੀਆਂ ਸਨ, ਇਸ ਲਈ ਉਹ ਜਲਦੀ ਜਲਦੀ ਗੇੜਾ ਮਾਰ ਜਾਂਦੀਆਂ ਸਨ। ਗੁਰਮੁਖ ਸਿੰਘ ਮਿਹਨਤੀ ਬੰਦਾ ਸੀ। ਉਸਨੇ ਸੋਚਿਆ ਕਿਉਂ ਨਾ ਉਹ ਠੇਕੇ 'ਤੇ ਜ਼ਮੀਨ ਲੈ ਕੇ ਵਹਾਈ ਕਰੇ, ਟਾਈਮ ਪਾਸ ਵੀ ਹੋ ਜੂ ਤੇ ਘਰ ਦੇ ਖਰਚੇ ਵੀ ਨਿਕਲ ਜਾਣਗੇ। ਠੇਕੇ 'ਤੇ ਜ਼ਮੀਨ ਲੈ ਲਈ, ਨਾਲ ਇੱਕ ਬੰਦਾ ਕਾਮਾ ਰੱਖ ਲਿਆ ਤੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਿਆ। ਨਾਲੇ ਜ਼ਮੀਨ ਵਿੱਚ ਜਾ ਕੇ ਉਸ ਦਾ ਮਨ ਵਧੀਆ ਹੋ ਜਾਂਦਾ, ਕਿਉਂਕਿ ਉਸ ਨੂੰ ਆਪਣੀ ਜ਼ਮੀਨ ਵੇਚਣ ਦਾ ਦੁੱਖ ਅਜੇ ਤੱਕ ਸਤਾ ਰਿਹਾ ਸੀ। ਖੁੱਲ੍ਹੇ ਖਾਣ ਪੀਣ ਦੇ ਸ਼ੌਕੀਨ ਹੋਣ ਕਾਰਨ ਉਹਨੇ ਫਿਰ ਤੋਂ ਮੱਝਾਂ ਗਾਵਾਂ ਰੱਖ ਲਈਆਂ, ਜਿਨ੍ਹਾਂ ਦੀ ਦੇਖਭਾਲ ਕਾਮਾ ਹੀ ਕਰਦਾ ਸੀ। ਜਸ ਦੇ ਘਰ ਕੁੜੀ ਹੋਈ ਸੀ, ਜਿਸ ਨਾਲ ਉਹ ਪੱਕਾ ਹੋ ਗਿਆ ਸੀ। ਇਸ ਖੁਸ਼ੀ ਵਿੱਚ ਗੁਰਮੁਖ ਸਿੰਘ ਨੇ ਘਰ ਵਿੱਚ ਇੱਕ ਛੋਟੀ ਜਿਹੀ ਪਾਰਟੀ ਰੱਖੀ ਸੀ। ਕੁੜੀਆਂ ਤੇ ਜਵਾਈ ਆਏ ਸਨ ਤੇ ਕੁਝ ਖਾਸ ਰਿਸ਼ਤੇਦਾਰ ਵੀ। ਸਭ ਕਹਿ ਰਹੇ ਸਨ ਕਿ ਹੁਣ ਉਹ ਵੀ ਪਾਸਪੋਰਟ ਤਿਆਰ ਰੱਖਣ, ਜਸ ਨੇ ਪਤਾ ਨਹੀਂ ਕਿਹੜੇ ਟਾਈਮ ਤੁਹਾਨੂੰ ਬੁਲਾ ਲੈਣਾ। ਗੁਰਮੁਖ ਸਿੰਘ ਤੇ ਸੁਰਜੀਤ ਕੌਰ ਬੜੇ ਖੁਸ਼ ਸਨ। ਸੁਰਜੀਤ ਕੌਰ, ਜਸ ਪੁੱਤ ਹੁਣ ਤਾਂ ਤੂੰ ਪੱਕਾ ਹੋ ਗਿਆ, ਆ ਕੇ ਮਿਲ ਹੀ ਜਾ, ਕਿੰਨੇ ਵਰ੍ਹੇ ਹੋ ਗਏ ਤੇਰਾ ਮੂੰਹ ਨਹੀਂ ਦੇਖਿਆ, ਨਾਲੇ ਅਸੀਂ ਆਪਣੀ ਨੂੰਹ ਤੇ ਪੋਤੀ ਨਾਲ ਲਾਡ ਲਡਾ ਲਵਾਂਗੇ। ਘਰ ਜਮਾ ਸੁੰਨਾ ਪਿਆ, ਆਵਾਂਗੇ ਮੰਮੀ ਜਲਦੀ ਹੀ। ਗੁਰਮੁਖ ਸਿੰਘ ਤੇ ਸੁਰਜੀਤ ਕੌਰ ਸਭ ਨੂੰ ਦੱਸਦੇ ਕਿ ਜਸ ਨੂੰਹ ਨਾਲ ਜਲਦੀ ਹੀ ਆਉਣ ਨੂੰ ਕਹਿੰਦਾ ਸੀ। ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਜਸ ਦਾ ਤਲਾਕ ਹੋ ਗਿਆ। ਤਲਾਕ ਹੋਣ ਤੋਂ ਬਾਅਦ ਗੋਰੀ ਤੇ ਬੱਚੇ ਦਾ ਖਰਚਾ ਵੀ ਜਸ ਨੂੰ ਪੈ ਗਿਆ। ਕੁਝ ਕੁ ਮਹੀਨਿਆਂ ਬਾਅਦ ਹੀ ਜਸ ਨੇ ਦੂਸਰਾ ਵਿਆਹ ਹੋਰ ਗੋਰੀ ਨਾਲ ਕਰਵਾ ਲਿਆ, ਪਰ ਉਸਨੇ ਘਰ ਬੜੇ ਟਾਈਮ ਬਾਅਦ ਦੱਸਿਆ। ਉਸ ਤੋਂ ਵੀ ਜਸ ਦੇ 2 ਕੁੜੀਆਂ ਹੋਈਆਂ ਤੇ 3-4 ਸਾਲ ਬਾਅਦ ਉਸ ਨਾਲ ਵੀ ਤਲਾਕ ਹੋ ਗਿਆ ਤੇ ਉਸ ਨੂੰ ਵੀ ਖਰਚਾ ਦੇਣਾ ਪਿਆ। ਹੁਣ ਤੱਕ 2 ਵਾਰ ਉਸ ਦਾ ਤਲਾਕ ਹੋ ਚੁੱਕਾ ਸੀ ਤੇ 3 ਬੱਚਿਆਂ ਦਾ ਉਹ ਬਾਪ ਬਣ ਚੁੱਕਾ ਸੀ, ਜਿਸ ਦੇ ਬਾਰੇ ਉਸਨੇ ਘਰ ਬੜੀ ਦੇਰ ਬਾਅਦ ਖੁੱਲ੍ਹ ਕੇ ਗੱਲ ਕੀਤੀ। ਇਸ ਵਾਰ ਮਾਂ-ਬਾਪ, ਭੈਣਾਂ ਤੇ ਜੀਜਿਆਂ ਨੇ ਉਸਨੂੰ ਕਿਹਾ, ਹੁਣ ਕੁਝ ਨਾ ਕਰ, ਬਸ ਇੱਕ ਵਾਰ ਇੰਡੀਆ ਆ ਜਾ। ਜਸ ਨੇ ਵੀ ਇੰਡੀਆ ਜਾਣ ਦਾ ਮਨ ਬਣਾ ਲਿਆ ਸੀ। ਉਸਨੇ ਆਪਣੇ ਸਾਰੇ ਕੰਮ ਖਤਮ ਕੀਤੇ ਤੇ ਇੰਡੀਆ ਜਾਣ ਦੀ ਤਿਆਰੀ ਕਰ ਲਈ। ਜਸ ਇੰਡੀਆ ਆ ਚੁੱਕਾ ਸੀ। ਮਾਂ, ਡੈਡੀ, ਭੈਣ, ਜੀਜੇ, ਭਾਂਜੇ, ਭਾਂਜੀਆਂ, ਜਿੰਨੀ ਕੁ ਉਹਨਾਂ ਦੀ ਫੈਮਿਲੀ ਸੀ, ਸਾਰੇ ਹੀ ਬਹੁਤ ਖੁਸ਼ ਸਨ। ਜਸ ਦੇ ਪਿੰਡ ਆਉਣ 'ਤੇ ਕਈ ਦਿਨ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਦੀ ਆਵਾਜਾਈ ਲੱਗੀ ਰਹੀ। ਭੈਣਾਂ, ਮਾਂ ਤੇ ਜੀਜਿਆਂ ਨੇ ਸਲਾਹ ਕੀਤੀ ਕਿ ਹੁਣ ਜਰਮਨੀ ਵਿੱਚ ਤਾਂ ਜਸ ਦਾ ਤਲਾਕ ਹੋ ਚੁੱਕਾ ਹੈ, ਕਿਉਂ ਨਾ ਜਸ ਨਾਲ ਇਸ ਵਿਸ਼ੇ 'ਤੇ ਗੱਲ ਕਰਕੇ ਇਸ ਨੂੰ ਇੰਡੀਆ ਵਿੱਚ ਹੀ ਵਿਆਹ ਕਰਨ ਲਈ ਮਨਾਇਆ ਜਾਵੇ। ਜਦੋਂ ਇਸ ਬਾਰੇ ਜਸ ਨਾਲ ਗੱਲ ਕੀਤੀ, ਪਹਿਲਾਂ ਤਾਂ ਉਹ ਨਾ ਨੁੱਕਰ ਕਰਨ ਲੱਗਾ ਕਿ ਮੈਂ ਵਿਆਹ ਨਹੀਂ ਕਰਾਉਣਾ, ਪਰ ਘਰਦਿਆਂ ਨੇ ਜ਼ੋਰ ਪਾ ਕੇ ਉਸ ਨੂੰ ਮਨਾ ਲਿਆ। ਅਸਲ ਵਿੱਚ ਅੰਦਰੋਂ ਉਹ ਵੀ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸਨੇ ਜਰਮਨੀ ਵਿੱਚ ਆਪਣੇ ਕੁਝ ਦੋਸਤਾਂ ਨੂੰ ਦੱਸਿਆ ਕਿ ਉਹ ਇੰਡੀਆ ਵਿੱਚ ਵਿਆਹ ਕਰਵਾ ਰਿਹਾ। ਅੱਗੋਂ ਉਸਦੇ ਦੋਸਤ ਬੋਲਣ ਲੱਗੇ, ਤੂੰ ਨਾ ਕੋਈ ਕੁੜੀ ਛੱਡੀ, ਸਾਰੇ ਬੰਨੇ ਵਿਆਹ ਕਰਵਾ ਜਨਸੰਖਿਆ ਵਿੱਚ ਵਾਧਾ ਕਰੀ ਜਾ। ਜਸ ਅੱਗੋਂ ਜਵਾਬ ਦਿੰਦਾ, ਤੁਸੀਂ ਮੇਰੇ ਤੋਂ ਜਲਦੇ ਹੋ,
ਕਿ ਇਹ ਵਿਆਹ ਕਿਉਂ ਕਰਵਾ ਰਿਹਾ। ਪਤੰਦਰੋਂ ਮੇਰਾ ਵੀ ਘਰ ਵਸ ਲੈਣ ਦੋ। ਦੋਸਤ, ਤੇਰਾ ਘਰ ਨਹੀਂ ਸਗੋਂ ਤੇਰੇ ਘਰ ਵਸਦੇ ਰਹਿਣ ਭਰਾਵਾ। ਹਾ ਹਾ ਹਾ। ਜੱਸ, ਤੁਹਾਨੂੰ ਤਾਂ ਦੱਸਣਾ ਹੀ ਨਹੀਂ ਸੀ ਚਾਹੀਦਾ। ਭੁੱਲ ਹੋ ਗਈ ਜੋ ਤੁਹਾਨੂੰ ਦੱਸ ਬੈਠਾ। ਦੋਸਤ, ਨਾ ਦਈ ਪਾਰਟੀ ਵੀਰੇ, ਐਵੇਂ ਔਖਾ ਨਾ ਹੋ। ਤੂੰ ਵਿਆਹ ਕਰਵਾ ਗੱਜ ਵੱਜ ਕੇ। ਇੰਡੀਆ ਵਾਲੀਆਂ ਭੋਲੀਆਂ ਹੀ ਹੁੰਦੀਆਂ, ਇੱਧਰ ਵਾਂਗ ਚੁਸਤ ਚਲਾਕ ਨਹੀਂ। ਸਸਤੇ 'ਚ ਹੀ ਸਰਜੂ ਤੇਰਾ। ਜੱਸ, ਇਹ ਤਾਂ ਸਮਾਂ ਹੀ ਦੱਸੂ। ਚੱਲ ਵਿਆਹ ਦੀਆਂ ਫੋਟੋਆਂ ਕਰੀ ਫਾਰਵਰਡ ਸਾਨੂੰ ਵੀ। ਕਰੋ ਇੰਜੋਏ ਵਿਆਹ। ਬਾਏ ਜੱਸ। ਭੈਣ ਤੇ ਜੀਜਿਆਂ ਨੇ ਕੁਝ ਕੁ ਦਿਨਾਂ ਵਿੱਚ ਹੀ ਕੁੜੀ ਲੱਭ ਲਈ। ਕੁੜੀ ਜੱਸ ਦੇ ਲਾਗਲੇ ਪਿੰਡ ਦੀ ਹੀ ਸੀ। ਕੁੜੀ ਬਹੁਤ ਸੋਹਣੀ ਸੁਨੱਖੀ ਸੀ, ਪਤਲੀ ਜਿਹੀ, ਉੱਚੀ ਲੰਮੀ। ਜੱਸ ਨੂੰ ਇੱਕੋ ਝਲਕ ਵਿੱਚ ਹੀ ਪਸੰਦ ਆ ਗਈ। ਜੱਸ ਨਾਲ ਮਨਦੀਪ ਦੀ ਜੋੜੀ ਬੜੀ ਜੱਚ ਰਹੀ ਸੀ। ਮਨਦੀਪ ਦੇ ਘਰਦਿਆਂ ਨੇ ਪੁੱਛ ਪੜਤਾਲ ਕੀਤੀ ਤਾਂ ਸਭ ਨੇ ਕਿਹਾ ਮੁੰਡੇ ਵਾਲੇ ਬਹੁਤ ਚੰਗੇ ਪਰਿਵਾਰ ਦੇ ਨੇ। ਜਰਮਨੀ ਪੱਕਾ ਮੁੰਡਾ, ਕੁੜੀ ਨੂੰ ਵੀ ਉਸਨੇ ਨਾਲ ਹੀ ਲੈ ਜਾਣਾ। ਮਨਦੀਪ ਦੇ ਘਰ ਦੇ ਬੜੇ ਖੁਸ਼ ਸਨ ਕਿ ਉਹਨਾਂ ਦੀ ਕੁੜੀ ਦੇ ਤਾਂ ਭਾਗ ਖੁੱਲ੍ਹ ਗਏ। ਵੱਡੀ ਕੰਟਰੀ ਦਾ ਪੱਕਾ ਮੁੰਡਾ ਮਿਲ ਗਿਆ। ਸਾਡੀ ਕੁੜੀ ਬਾਹਰ ਜਾਊਗੀ ਤਾਂ ਪਿੱਛੇ ਛੋਟੇ ਮੁੰਡੇ ਤੇ ਕੁੜੀ ਦਾ ਵੀ ਰਾਹ ਖੁੱਲ੍ਹ ਜਾਏਗਾ। ਆਖਿਰ ਭੈਣਾਂ ਛੋਟੇ ਭਰਾ ਭੈਣਾਂ ਦਾ ਸੋਚਦੀਆਂ ਹੀ ਨੇ। ਸਾਰੇ ਕੰਮ ਸਵਾਰੇ ਜਾਣਗੇ। ਮਸੀਂ ਕੋਈ 10 ਕੁ ਦਿਨਾਂ ਦੀ ਵਿੱਥ ਪਾਈ ਤੇ ਜੱਸ ਤੇ ਮਨਦੀਪ ਦਾ ਵਿਆਹ ਹੋ ਗਿਆ। ਜੱਸ ਦੀ ਉਮਰ ਤੇ ਮਨਦੀਪ ਦੀ ਉਮਰ ਵਿੱਚ ਕਾਫੀ ਅੰਤਰ ਸੀ, ਪਰ ਬਾਹਰ ਦਾ ਚਾਅ ਹੀ ਇੰਨਾ ਸੀ ਕਿ ਇਹ ਸਭ ਮਾਇਨੇ ਨਹੀਂ ਸੀ ਰੱਖਦਾ। ਜੱਸ ਦੇ ਘਰ ਦੇ ਬੜੇ ਖੁਸ਼ ਸਨ। ਘਰ ਵਿੱਚ ਨੂੰਹ ਆ ਗਈ। ਘਰ ਨੂੰਹ ਨਾਲ ਭਰਿਆ ਭਰਿਆ ਲੱਗਣ ਲੱਗਾ ਸੀ। ਮਾਂ ਦੇ ਬਾਪੂ ਦੇ ਚਿਹਰੇ 'ਤੇ ਦੁੱਗਣਾ ਨੂਰ ਚੜ੍ਹ ਗਿਆ ਸੀ। ਭੈਣਾਂ ਛੋਟੀ ਭਾਬੀ ਦੇ ਲਾੜ ਲੜਾਉਂਦੀਆਂ ਫਿਰਦੀਆਂ ਸਨ। ਜੱਸ ਤਾਂ ਆਪ ਇੰਨਾ ਖੁਸ਼ ਸੀ ਕਿ ਪੁੱਛੋ ਹੀ ਨਾ। ਸ਼ਮਕ ਵਰਗੀ ਉਸਦੀ ਸੋਹਣੀ ਸੁਨੱਖੀ ਵਹੁਟੀ, ਜਿਸ ਦਾ ਹਸੂੰ ਹਸੂੰ ਕਰਦਾ ਚਿਹਰਾ ਜਦ ਉਸਨੂੰ ਜੱਸ ਜੱਸ ਕਹਿ ਕੇ ਬੁਲਾਉਂਦਾ ਤਾਂ ਉਸਦੇ ਆਪਣੇ ਚਿਹਰੇ ਦੀ ਮੁਸਕਾਨ ਦੇਖਣ ਵਾਲੀ ਸੀ। ਉਹ ਮਨ ਹੀ ਮਨ ਆਖਦਾ, ਉਹ ਸਵਾਦ ਗੋਰੀਆਂ ਵਿੱਚ ਕਿੱਥੇ ਆਉਂਦਾ ਜੋ ਸਵਾਦ ਆਪਣੀ ਮਿੱਠੀ ਜਿਹੀ ਬੋਲੀ ਵਿੱਚ ਬੋਲਣ ਵਾਲੀ ਨਾਲ ਆਉਂਦਾ। ਵਿਆਹ ਤੋਂ ਬਾਅਦ ਵੀ ਕਿੰਨੇ ਰਿਵਾਜ ਬਾਕੀ ਹੁੰਦੇ। ਉਹ ਸਭ ਪੂਰੇ ਕਰਦੇ ਕਰਦੇ ਜੱਸ ਦੀ ਛੁੱਟੀ ਖਤਮ ਹੋ ਗਈ ਸੀ ਤੇ ਉਸਦੇ ਵਾਪਸ ਜਰਮਨੀ ਜਾਣ ਦਾ ਵੇਲਾ ਆ ਗਿਆ ਸੀ। ਜੱਸ ਬੜਾ ਉਦਾਸ ਸੀ। ਉਹ ਮਨਦੀਪ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ। ਮਨਦੀਪ ਦਾ ਖੁਦ ਰੋ ਰੋ ਕੇ ਬੁਰਾ ਹਾਲ ਸੀ ਤੇ ਉਹ ਜੱਸ ਨੂੰ ਬੋਲਦੀ, ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਣਾ, ਤੁਸੀਂ ਮੈਨੂੰ ਵੀ ਨਾਲ ਲੈ ਜਾਓ। ਜੱਸ ਨੇ ਮਨਦੀਪ ਦੇ ਘਰਦਿਆਂ ਨਾਲ ਵਾਅਦਾ ਕੀਤਾ ਕਿ ਬਹੁਤ ਜਲਦੀ ਉਹ ਮਨਦੀਪ ਨੂੰ ਆਪਣੇ ਕੋਲ ਬੁਲਾ ਲਏਗਾ ਤੇ ਇੱਕ ਵਾਰ ਫਿਰ ਜੱਸ ਵਾਪਸ ਜਰਮਨੀ ਚਲਾ ਗਿਆ। ਜੱਸ ਦੇ ਜਾਣ ਪਿੱਛੋਂ ਮਨਦੀਪ ਉਦਾਸ ਹੋ ਗਈ। ਕਈ ਦਿਨ ਉਸਦੀਆਂ ਨਨਾਣਾਂ ਇੱਥੇ ਰਹੀਆਂ ਕਿ ਗੱਲਾਂ ਬਾਤਾਂ ਨਾਲ ਮਨਦੀਪ ਦਾ ਦਿਲ ਲੱਗਾ ਰਹੇਗਾ, ਕਿਉਂਕਿ ਉਹਦੇ ਜਾਣ ਪਿੱਛੋਂ ਘਰ ਵਿੱਚ ਮੰਮੀ ਡੈਡੀ ਤੇ ਮਨਦੀਪ ਹੀ ਰਹਿ ਜਾਂਦੇ ਸਨ। ਸਾਰਾ ਪਰਿਵਾਰ ਜੱਸ ਦੇ ਜਾਣ ਮਗਰੋਂ ਰਾਤ ਨੂੰ ਬੈਠੇ ਉਸਦੀਆਂ ਹੀ ਗੱਲਾਂ ਕਰਦੇ ਰਹਿੰਦੇ। ਜਦੋਂ ਗੱਲਾਂ ਕਰਦੇ ਤਾਂ ਮਨਦੀਪ ਨੂੰ ਜੱਸ ਦੀ ਹੋਰ ਵੀ ਯਾਦ ਆਉਂਦੀ ਤੇ ਉਹ ਰੋਣ ਲੱਗ ਜਾਂਦੀ। ਤਿੰਨੇ ਨਨਾਣਾਂ ਵੀ ਆਪਣੇ ਆਪਣੇ ਘਰਾਂ ਨੂੰ ਚੱਲ ਪਈਆਂ ਕਿ ਉਹਨਾਂ ਜਾ ਕੇ ਆਪਣੇ ਜਵਾਕ ਦੇਖਣੇ ਆ, ਪੜ੍ਹਾਈ ਲਿਖਾਈ ਦਾ ਦੇਖਣਾ। ਵਿਆਹ ਤੇ ਪਹਿਲਾਂ ਹੀ ਬੱਚਿਆਂ ਦੀਆਂ ਬਹੁਤ ਛੁੱਟੀਆਂ ਹੋ ਗਈਆਂ ਨੇ। ਹੁਣ ਤਾਂ ਘਰ ਵਿੱਚ ਸਿਰਫ ਮਨਦੀਪ, ਉਸਦੀ ਸੱਸ ਤੇ ਸਹੁਰਾ ਬਚੇ ਸਨ। ਕੰਮ ਕਰਕੇ ਸਾਰਾ ਦਿਨ ਮਨਦੀਪ ਵਿਹਲੀ ਰਹਿੰਦੀ। ਜਦੋਂ ਵੀ ਜੱਸ ਨਾਲ ਗੱਲ ਕਰਦੀ ਆਖਦੀ, ਮੇਰਾ ਦਿਲ ਨਹੀਂ ਲੱਗਦਾ, ਤੁਸੀਂ ਮੈਨੂੰ ਬੁਲਾ ਲਓ ਆਪਣੇ ਕੋਲ, ਜਾਂ ਤੁਸੀਂ ਆ ਜਾਓ ਵਾਪਸ, ਮੈਨੂੰ ਲੈ ਜਾਓ ਆ ਕੇ। ਜੱਸ ਆਖਦਾ, ਦਿਲ ਉਸਦਾ ਵੀ ਨਹੀਂ ਲੱਗਦਾ, ਉਸਨੇ ਪੇਪਰ ਲਗਾਏ ਹੋਏ ਆ, ਉਸਨੂੰ ਬਹੁਤ ਜਲਦੀ ਕੋਲ ਬੁਲਾ ਲੈਣਾ, ਪਰ ਉਹ ਇੰਨੀ ਜਲਦੀ ਹੀ ਨਹੀਂ ਆ ਸਕਦਾ। ਕੁਝ ਕੁ ਮਹੀਨੇ ਤਾਂ ਗਏ ਨੂੰ ਹੋਏ। ਇੱਦਾਂ ਕਰਦੇ ਕਰਦੇ ਹੀ 2 ਸਾਲ ਬੀਤ ਚੁੱਕੇ ਸਨ। ਨਾ ਵਿਆਹ ਤੋਂ ਬਾਅਦ ਜੱਸ ਆਇਆ, ਨਾ ਬਾਹਰ ਦੀ ਫਾਈਲ ਦਾ ਕੁਝ ਬਣਿਆ। ਇੰਤਜ਼ਾਰ ਕਰ ਕਰਕੇ ਮਨਦੀਪ ਅੱਧੀ ਰਹਿ ਗਈ ਸੀ। ਮਨਦੀਪ ਦੀ ਸੱਸ ਉਸਨੂੰ ਲੈ ਕੇ ਕਦੇ ਕਿਸੇ ਨਨਾਣ ਕੋਲ, ਕਦੇ ਕਿਸੇ ਨਨਾਣ ਕੋਲ ਚਲੀ ਜਾਂਦੀ ਕਿ ਉਸਦਾ ਦਿਲ ਲੱਗਾ ਰਹੇ। ਵੈਸੇ ਤਾਂ ਉਹ ਚਾਹੁੰਦੇ ਸਨ ਕਿ ਇੱਕ ਵਾਰ ਜੱਸ ਆਵੇ ਤੇ ਉਹਨਾਂ ਦੇ ਘਰ ਕੋਈ ਜਵਾਕ ਹੋ ਜਾਵੇ। ਦਾਦਾ ਦਾਦੀ ਦਾ ਦਿਲ ਲੱਗਿਆ ਰਹੇਗਾ। ਆਪਣੇ ਜਿਉਂਦੇ ਜੀ ਉਹ ਵੀ ਜੱਸ ਦੇ ਜਵਾਕ ਖੇਡਾਂ ਸਕਣ। ਬੱਚਾ ਹੋ ਜਾਏਗਾ। ਮਨਦੀਪ ਦਾ ਵੀ ਬੱਚੇ ਨਾਲ ਦਿਲ ਲੱਗਾ ਰਹੇਗਾ। ਪਰ ਜੱਸ ਨੂੰ ਹੁਣ 3 ਸਾਲ ਹੋਣ ਨੂੰ ਆਇਆ ਸੀ। ਉਹ ਆਖਦਾ, ਕੰਮ ਬਹੁਤ ਜ਼ਿਆਦਾ, ਉਹ ਆ ਤਾਂ ਨਹੀਂ ਸਕਦਾ, ਪਰ ਪੇਪਰਾਂ ਦਾ ਕੰਮ ਮੈਂ ਕਰਵਾ ਰਿਹਾ, ਦੇਖੋ ਕਦੋਂ ਬਣਦਾ।
ਮਨਦੀਪ ਆਪਣੇ ਪੇਕੇ ਗਈ ਹੋਈ ਸੀ। ਮਨਦੀਪ ਜਸ ਨਾਲ ਗੱਲ ਕਰ ਰਹੀ ਸੀ ਤੇ ਮਨਦੀਪ ਦੀ ਮਾਂ ਨੇ ਉਸਦੇ ਹੱਥੋਂ ਫੋਨ ਫੜ ਲਿਆ ਤੇ ਜਸ ਨਾਲ ਬੜੇ ਗੁੱਸੇ ਵਿੱਚ ਬੋਲਣ ਲੱਗੀ, ਦੇਖ ਕਾਕਾ, ਤੂੰ ਸਾਫ਼-ਸਾਫ਼ ਦੱਸ ਦੇ, ਕੁੜੀ ਨੂੰ ਲੈ ਕੇ ਜਾਣਾ ਕਿ ਨਹੀਂ? ਇੰਨੇ ਸਾਲ ਹੋ ਗਏ ਤੇਰੇ ਮੂੰਹ ਵੱਲ ਨੂੰ ਦੇਖਦਿਆਂ ਨੂੰ, ਵਿਆਹ ਨੂੰ ਚੌਥਾ ਸਾਲ ਚੜ੍ਹਨ ਨੂੰ ਆਇਆ, ਨਾ ਤੇਰੇ ਪੇਪਰ ਬਣਦੇ ਨਾ ਤੂੰ ਵਾਪਸ ਆਇਆ। ਤੁਸੀਂ ਕਿਤੇ ਕੁੜੀ ਸਾਡੀ ਆਪਣੇ ਘਰ ਦੀਆਂ ਰੋਟੀਆਂ ਸੇਕਣ ਨੂੰ ਹੀ ਵਿਆਹੀ ਆ? ਜੇ ਨਹੀਂ ਬਣਦਾ ਕੁਝ ਤਾਂ ਗੱਲ ਇੱਕ ਬੰਨੇ ਲਗਾ ਲਓ। ਸਾਡੇ ਕੋਲੋਂ ਨਹੀਂ ਰੋਂਦੀ ਦੇਖੀ ਜਾਂਦੀ ਸਾਡੀ ਧੀ। ਅਸੀਂ ਤਾਂ ਸੁੱਖ ਨੂੰ ਵਿਆਹੀ ਸੀ, ਤੂੰ ਤਾਂ ਦੁਖੀ ਕਰਕੇ ਰੱਖ ਦਿੱਤਾ। ਗੱਲਾਂ ਸੁਣਦੇ ਸੁਣਦੇ ਜਸ ਨੇ ਬਿਨਾਂ ਕਿਸੇ ਗੱਲ ਦਾ ਜਵਾਬ ਦਿੱਤੇ ਹੀ ਫੋਨ ਕੱਟ ਦਿੱਤਾ। ਮੰਮੀ ਤੁਸੀਂ ਇੱਦਾਂ ਕਿਉਂ ਬੋਲੇ ਜਸ ਨੂੰ? ਉਹਨਾਂ ਨੇ ਗੁੱਸਾ ਕਰ ਲਿਆ ਹੋਣਾ, ਹੁਣ ਫੋਨ ਨਹੀਂ ਚੁੱਕ ਰਹੇ। ਗੁੱਸਾ ਕਰਦਾ ਤਾਂ ਕਰੀ ਜਾਵੇ, ਹੁਣ ਕੁਝ ਕਰੂਗਾ? ਜਾਣ ਕੇ ਅਵੇਸਲਾ ਹੋਇਆ ਬੈਠਾ ਏ। ਅਗਲੇ ਦਿਨ ਹੀ ਮਨਦੀਪ ਆਪਣੇ ਸਹੁਰੇ ਘਰ ਆ ਗਈ। ਜਸ ਫੋਨ 'ਤੇ ਮਨਦੀਪ ਨਾਲ ਬਹੁਤ ਲੜਿਆ ਤੇ ਆਪਣੇ ਘਰ ਫੋਨ 'ਤੇ ਗੱਲ ਕਰਕੇ ਕਹਿਣ ਲੱਗਾ, ਇਸ ਦੀ ਮਾਂ ਨੇ ਕਿਹਾ ਗੱਲ ਇੱਕ ਬੰਨੇ ਲਾ ਲਓ, ਤਲਾਕ ਚਾਹੀਦਾ ਤਾਂ ਮੈਂ ਦੇ ਦਿੰਦਾ, ਜਿੱਥੇ ਭੇਜਣੀ ਕੁੜੀ ਆਪਣੀ ਭੇਜ ਲੈਣ। ਮੈਂ ਤਾਂ ਬਹੁਤ ਦੁਖੀ ਰੱਖਿਆ ਹੋਇਆ ਸੀ, ਸੁਖੀ ਥਾਂ ਲੱਭ ਲੈਣ। ਜਸ ਸੌਰੀ, ਮੰਮੀ ਨੇ ਗੁੱਸੇ ਵਿੱਚ ਬੋਲ ਦਿੱਤਾ। ਮੈਂ ਮਾफ़ੀ ਮੰਗ ਰਹੀ ਹਾਂ ਨਾ, ਪਰ ਜਸ ਕੁਝ ਵੀ ਸੁਣਨ ਲਈ ਤਿਆਰ ਹੀ ਨਹੀਂ ਸੀ। ਉਸਦੇ ਕਹਿਣ 'ਤੇ ਹੀ ਘਰ ਵਿੱਚ ਪੰਚਾਇਤ ਇਕੱਠੀ ਹੋ ਗਈ। ਕੁੜੀ ਵਾਲਿਆਂ ਨੇ ਕਿਹਾ ਸਾਡੀ ਕੁੜੀ ਨੂੰ 4 ਸਾਲ ਹੋ ਗਏ, ਮੁੰਡਾ ਇੱਕ ਵਾਰ ਵੀ ਵਾਪਸ ਨਹੀਂ ਆਇਆ, ਨਾ ਕੁੜੀ ਨੂੰ ਅਜੇ ਤੱਕ ਬਾਹਰ ਬੁਲਾਇਆ। ਕੋਈ ਬੱਚਾ ਹੋਵੇ, ਸਾਨੂੰ ਕੋਈ ਆਸ ਹੋਵੇ। ਸਾਡੀ ਧੀ ਤਾਂ ਨਾ ਵਿਆਹਿਆਂ ਵਿੱਚ ਨਾ ਕੁਆਰੀਆਂ ਵਿੱਚ। ਅਸੀਂ ਬੋਲੀਏ ਨਾ ਤਾਂ ਫਿਰ ਕੀ ਕਰੀਏ? ਸਭ ਨੇ ਬੜਾ ਸਮਝਾਇਆ ਕਿ ਰਜ਼ਾਮੰਦੀ ਕਰ ਲਓ। ਗੁੱਸੇ ਵਿੱਚ ਬਹੁਤ ਕੁਝ ਬੋਲਿਆ ਜਾਂਦਾ, ਪਰ ਜਸ ਨੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੀ ਪਤਾ ਘਰ ਵਿੱਚ ਜਿਹੜਾ ਮਰਜ਼ੀ ਆਈ ਜਾਵੇ। ਮੰਮੀ ਡੈਡੀ ਤਾਂ ਕਈ ਵਾਰ ਘਰ ਤੋਂ ਬਾਹਰ ਵੀ ਹੁੰਦੇ ਆ, ਮੈਨੂੰ ਕੀ ਪਤਾ ਇਹ ਕੀ ਕਰਦੀ ਫਿਰਦੀ ਆ, ਮੈਂ ਕਿਹੜਾ ਇਸ ਨੂੰ ਦੇਖਣ ਆਉਣਾ। ਮਨਦੀਪ ਨੂੰ ਇਸ ਗੱਲ 'ਤੇ ਬਹੁਤ ਗੁੱਸਾ ਆਇਆ ਕਿ ਉਹ ਉਸਦੇ ਚਰਿੱਤਰ 'ਤੇ ਝੂਠਾ ਸ਼ੱਕ ਕਰ ਰਿਹਾ ਸੀ, ਉਹ ਵੀ ਬੇਵਜ੍ਹਾ, ਤੇ ਉਸਨੇ ਖੁਦ ਹੀ ਆਖ ਦਿੱਤਾ, ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ। ਇਸ ਤਰ੍ਹਾਂ ਦੋਨਾਂ ਦਾ ਤਲਾਕ ਹੋ ਗਿਆ। ਧੰਨਵਾਦ ਜੀ। ਇਸ ਤੋਂ ਅਗਲਾ ਪਾਰਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ, ਜੋ ਕਿ ਅਸੀਂ ਕੱਲ੍ਹ ਦੀ ਕਹਾਣੀ ਵਿੱਚ ਲੈ ਕੇ ਹਾਜ਼ਰ ਹੋਵਾਂਗੇ, ਜੋ ਸਵੇਰੇ 9:30 ਵਜੇ ਸਾਡੇ YouTube ਚੈਨਲ 'ਤੇ ਪਾਈ ਜਾਏਗੀ। ਧੰਨਵਾਦ ਜੀ।